ਗੁੱਡ ਮਾਰਨਿੰਗ। ਅੱਜ ਅਸੀਂ ਨਾ ਜਿਹੜਾ 10th ਚੈਪਟਰ ਦੀ ਸੈਕੰਡ ਕੁਐਸਚਨ ਤੋਂ ਸਟਾਰਟ ਕਰਨਾ ਹੈ। ਸੋ ਕੁਐਸਚਨ ਹੈ ਕਿ ਵਾਟ ਇਜ਼ ਕ੍ਰਿਟੀਕਲ ਐਨਾਲਿਸਿਸ ਆਫ ਜੌਨ ਡੋਨੇਸ ਐਜ਼ ਅ ਪੋਇਟ ਆਫ ਲਵ। ਕਿ ਜੌਨ ਡੋਨੇ ਦੇ ਜਿਹੜੇ ਐਨਾਲਿਸਿਸ ਹੈਗੇ ਆ ਐਜ਼ ਅ ਪੋਇਟ ਆਫ ਲਵ ਉਹ ਕੀ ਨੇ। John Donne is regarded as one of the greatest love poet in English literature. His love poetry is unique because it combines intellect, wit, emotion, and spirituality. ਜੌਨ ਡੋਨੇ ਨੂੰ ਇੱਕ ਗ੍ਰੇਟੈਸਟ ਲਵ ਪੋਇਟ ਦੇ ਨਾਂ ਨਾਲ ਜਿਹੜਾ ਜਾਣਿਆ ਜਾਂਦਾ ਹੈ, ਰਿਗਾਰਡ ਕੀਤਾ ਜਾਂਦਾ ਹੈ ਆਫ ਇੰਗਲਿਸ਼ ਲਿਟਰੇਚਰ। ਸੋ ਉਹਨਾਂ ਦੀ ਜਿਹੜੀ ਲਵ ਪੋਇਟਰੀਜ਼ ਹੈ ਉਹ ਯੂਨੀਕ ਹੈ ਕਿਉਂਕਿ ਉਹਨਾਂ ਦੇ ਵਿੱਚ ਜਿਹੜੇ ਸਾਰੇ ਹਿਊਮਨ ਇਮੋਸ਼ਨਸ ਹੈ, ਇੰਟਲੈਕਟ, ਵੇਟ, ਇਮੋਸ਼ਨ ਤੇ ਸਪਿਰਚੁਅਲਿਟੀ, ਇਹ ਸਾਰੇ ਐਡ ਆਨ ਹੋਏ ਹੋਏ ਹੈ। Unlike traditional poet who wrote about romantic beauty or idealized feelings, Donne brings a fresh, realistic, and thoughtful perspective. He treats love as deep experience involving both body and soul. ਜਿਵੇਂ ਜਿਹੜੇ ਜਿਹੜੇ ਬਾਕੀ ਦੇ ਟ੍ਰੈਡੀਸ਼ਨਲ ਪੋਇਟਸ ਆ ਉਹ ਸਿਰਫ ਜਿਹੜੇ ਰੋਮਾਂਟਿਕ ਬਿਊਟੀ ਜਾਂ ਆਈਡੀਅਲਾਈਜ਼ਡ ਫੀਲਿੰਗਸ ਬਾਰੇ ਜਿਹੜੇ ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਹਰੇਕ ਵਿਅਕਤੀ ਨੂੰ ਮਹਿਸੂਸ ਹੋ ਸਕਦੇ ਆ ਉਹਨਾਂ ਬਾਰੇ ਹੀ ਦੱਸਦੇ ਆ। ਬਟ ਜਿਹੜੇ ਡੋਨੇ ਆ ਇਹ ਜਿਹੜੇ ਫਰੈਸ਼ ਰੀਅਲਿਸਟਿਕ ਜਿਹੜੇ ਕਿ ਰੀਅਲ ਵਰਲਡ ਦੇ ਵਿੱਚ ਲੋਕਾਂ ਨੂੰ ਫੀਲ ਹੁੰਦੀ ਹੈ ਤੇ ਥਾਟਫੁਲ ਪਰਸਪੈਕਟਿਵ ਦੇ ਨਾਲ ਆਪਣੇ ਜਿਹੜੇ ਐਕਸਪੀਰੀਅੰਸ ਨੂੰ ਦੱਸ ਰਹੇ ਆ। ਠੀਕ ਹੈ, ਇਹ ਵੀ ਦੱਸਦੇ ਕਿ ਜਿਹੜਾ ਲਵ ਹੈ ਇਟ ਇਜ਼ ਦਾ ਐਕਸਪੀਰੀਅੰਸ ਆਫ ਬੋਥ ਬੋਡੀ ਐਂਡ ਸੋਲ। ਬੋਡੀ ਤੇ ਸੋਲ ਦਾ ਜਿਹੜਾ ਇੱਕ ਡੀਪ ਐਕਸਪੀਰੀਅੰਸ ਹੈ ਲਵ। So a key feature of Donne's love poetry is use of metaphysical concepts which are unusual comparisons. For example, he compares love to two hemispheres forming a perfect world or their soul to gold that expands without breaking. These comparisons show that love is not merely physical attraction but a powerful and meaningful union. ਜਿਹੜੇ ਡੋਨੇ ਦੀ ਲਵ ਪੋਇਟਰੀ ਦਾ ਜਿਹੜਾ ਕੀ ਫੀਚਰ ਉਹ ਹੈ ਕਿ ਇਹਦੇ ਮੈਟਾਫਿਜ਼ੀਕਲ ਕਨਸੈਪਟਸ ਹੈਗੇ ਆ। ਠੀਕ ਹੈ, ਜਿਹੜੇ ਕਿ ਜਿਨ੍ਹਾਂ ਦਾ ਕੋਈ ਕੰਪੈਰੀਜ਼ਨ ਨਹੀਂ ਹੈ। ਠੀਕ ਹੈ, ਨਾਲ ਹੀ ਜੌਨ ਡੋਨੇ ਇਹ ਵੀ ਦੱਸਦੇ ਕਿ ਜਿਹੜਾ ਲਵ ਹੈ, ਠੀਕ ਹੈ, ਜਿਹੜੇ ਬੋਥ ਸੋਲਸ ਹੈ, ਠੀਕ ਹੈ, ਇਹ ਦੋ ਹੈਮੀਸਫੇਅਰ ਦੇ ਵਾਂਗ ਹੁੰਦੇ ਆ। ਠੀਕ ਹੈ, ਜਿਹੜਾ ਕਿ ਇੱਕ ਪਰਫੈਕਟ ਵਰਲਡ ਕ੍ਰੀਏਟ ਕਰਦੇ ਆ। ਡੋਨੇ ਆਲਸੋ presents love as something that can be transformed life in poem like The Good Morrow and The Sun Rising. He suggests that true love creates its own universe greater than the physical world. His love poem show honesty, passion, trust, and equality between partners. Overall, Donne is the poet who sees love as both sensual and spiritual, emotional and intellectual. His poetry celebrates love's ability to elevate human life and bring two souls into perfect harmony. What is the seven sleepers den in the poem Good Morrow by John Donne? The seven sleepers den mentioned in Good Morrow is reference to a Christian legend known as Seven Sleepers of Apsus. According to story, seven young men hid in a cave to escape religious persuasion. So they fell asleep for almost 200 years and woke up much later, unaware of how much time had passed. ਜਿਹੜੀ ਹੁਣ ਇਸ ਕੁਐਸਚਨ ਦੇ ਵਿੱਚ ਹੈ ਕਿ ਜਿਹੜਾ ਉਹਨਾਂ ਦਾ ਪੋਇਮ ਹੈ ਗੁੱਡ ਮੋਰੋ ਬਾਈ ਜੌਨ ਡੋਨੇ, ਇਹਦੇ ਵਿੱਚ ਸੈਵਨ ਸਲੀਪਰਸ ਡੈਨ ਦੀ ਵਿਆਖਿਆ ਕਿਉਂ ਕੀ ਗਈ ਹੈ, ਉਹਦਾ ਨਾਮ ਕਿਉਂ ਲਿਆ ਗਿਆ ਹੈ। ਕਿਉਂਕਿ ਜਿਹੜੀ ਸੈਵਨ ਸਲੀਪਰਸ ਡੈਨ ਇਸ ਵਾਸਤੇ ਮੈਂਸ਼ਨ ਕੀਤੀ ਗਈ ਹੈ ਦਾ ਗੁੱਡ ਮੋਰੋ ਦੇ ਵਿੱਚ ਐਜ਼ ਅ ਰੈਫਰੈਂਸ ਜਿਹੜੀ ਕਿ ਕ੍ਰਿਸਚੀਅਨ ਲੈਜੈਂਡ ਸੀਗੇ। ਇਹਦੇ ਵਿੱਚ ਕੀ ਹੁੰਦੇ, ਸੈਵਨ ਯੰਗ ਮੈਨ ਹੁੰਦੇ ਜਿਹੜੇ ਕਿ ਇੱਕ ਕੇਵ ਤੋਂ ਐਸਕੇਪ ਕਰਕੇ, ਠੀਕ ਹੈ, ਜਿਹੜਾ ਹੈ ਇੱਕ ਡੈਨ ਦੇ ਵਿੱਚ ਆ ਜਾਂਦੇ ਆ ਤੇ ਉੱਥੇ ਉਹ 200 ਇਅਰਸ ਤੱਕ ਜਿਹੜਾ ਹੈ ਸੁੱਤੇ ਪਏ ਰਹਿੰਦੇ ਆ। ਠੀਕ ਹੈ, ਤੇ ਉਹਨਾਂ ਨੂੰ ਇਹ ਵੀ ਮਹਿਸੂਸ ਨਹੀਂ ਹੁੰਦਾ ਕਿ ਬਾਹਰਲੀ ਦੁਨੀਆ ਵਿੱਚ ਕੀ ਚੱਲ ਰਿਹਾ ਤੇ ਕਿੰਨਾ ਟਾਈਮ ਪਾਸ ਹੋ ਚੁੱਕਿਆ ਹੈ। ਇਨ ਦ ਪੋਇਮ ਡੋਨੀ uses the story as a metaphor or describe the period before he had
his beloved fell in love. He suggests that their earlier lives were like a long, meaningless sleep, unaware, inactive, and without true experience. They were spiritually asleep, like just like the seven sleepers in the cave. ਹੁਣ ਜਿਹੜੀ ਇਹ ਪੋਇਮ ਹੈ ਇਹਦੇ ਵਿੱਚ ਜਿਹੜੇ ਡੋਨੇ ਹੈ ਉਹ ਜਿਹੜਾ ਸਟੋਰੀ ਨੂੰ ਐਜ਼ ਅ ਮੈਟਾਫਰ ਯੂਜ਼ ਕਰਦੇ ਆ ਟੂ ਡਿਸਕ੍ਰਾਈਬ ਦਾ ਪੀਰੀਅਡ, ਠੀਕ ਹੈ। ਜਦੋਂ ਆਪਣੇ ਜਦੋਂ ਜਿਹੜੇ ਕਹਾਣੀ ਵਿੱਚ ਪਿਆਰ ਦੇ ਵਿੱਚ ਪੈਣ ਤੋਂ ਪਹਿਲਾਂ ਜਿਹੜਾ ਆ ਉਹ ਇੱਕ ਮੀਨਿੰਗਲੈਸ ਜ਼ਿੰਦਗੀ ਜੀ ਰਹੇ ਸੀ, ਉਹ ਸੋ ਰਹੇ ਸੀਗੇ, ਉਹਨਾਂ ਨੂੰ ਜਿਹੜਾ ਕਿਸੇ ਵੀ ਚੀਜ਼ ਤੋਂ ਅਵੇਅਰ ਨਹੀਂ ਸੀਗੇ, ਉਹ ਐਕਟਿਵ ਨਹੀਂ ਸੀਗੇ, ਤੇ ਉਹਨਾਂ ਨੂੰ ਕੋਈ ਵੀ ਟਰੂ ਐਕਸਪੀਰੀਅੰਸ ਨਹੀਂ ਸੀ ਹੋਇਆ। ਦੇ ਵਰ ਸਪਿਰਚੁਅਲੀ ਅਸਲੀਪ, ਠੀਕ ਹੈ। ਬਟ ਤੇ ਇਸੇ ਵਾਸਤੇ ਸੈਵਨ ਸਲੀਪਰਸ ਆਫ ਕੇਵ ਨੂੰ ਜਿਹੜਾ ਆ ਜਿਹੜਾ ਇੱਥੇ ਮੈਂਸ਼ਨ ਕੀਤਾ ਹੈ। By using this reference, Donne shows that their life before love lacked depth or understanding. It was not real living, but merely a state of unconsciousness. Only after discovering true love did their souls wake up and truly begin to live. Does the allusion help Donne emphasize the theme of awakening, transformation, and beginning of meaningful life through love? ਇਹਦੇ ਵਿੱਚ ਕੀ ਹੁੰਦਾ ਹੈ, ਬਾਈ ਦਿਸ ਰੈਫਰੈਂਸ, ਠੀਕ ਹੈ, ਡੋਨੇ ਸ਼ੋ ਕਰਦਾ ਕਿ ਜਿਹੜੀ ਲਾਈਫ ਹੈ, ਠੀਕ ਹੈ, ਉਹ ਬਗੈਰ ਪਿਆਰ ਤੋਂ ਨਾ ਤਾਂ ਉਹਦੇ ਵਿੱਚ ਕੋਈ ਗਹਿਰਾਈ ਹੁੰਦੀ ਹੈ, ਨਾ ਹੀ ਕੋਈ ਅੰਡਰਸਟੈਂਡਿੰਗ ਹੁੰਦੀ ਹੈ। ਇਟ ਵਾਜ਼ ਨਾਟ ਰੀਅਲ ਲਿਵਿੰਗ, ਠੀਕ ਹੈ। ਇਹ ਜੀਣਾ ਵੀ ਕੋਈ ਜੀਣਾ ਨਹੀਂ ਹੁੰਦਾ, ਕਿਉਂਕਿ ਦੇਖੋ ਕੋਈ ਵੀ ਕੌਨਸ਼ੀਅਸਨੈਸ ਨਹੀਂ ਹੁੰਦੀ ਬੰਦੇ ਨੂੰ, ਠੀਕ ਹੈ। ਓਨਲੀ ਆਫਟਰ ਡਿਸਕਵਰਿੰਗ ਦਾ ਟਰੂ ਲਵ, ਜਿਹੜਾ ਹੈ ਸੱਚਾ ਪਿਆਰ ਮਿਲਣ ਤੋਂ ਬਾਅਦ ਹੀ ਉਹਨਾਂ ਦੀ ਜਿਹੜੀ ਸੋਲ ਹੈ ਉਹਨਾਂ ਵਿੱਚ ਜਾਗ ਪੈਦਾ ਹੁੰਦੀ ਹੈ, ਠੀਕ ਹੈ। ਤੇ ਜਿਹੜਾ ਹੈ ਅਵੇਕਨਿੰਗ ਟਰਾਂਸਫੋਰਮੇਸ਼ਨ ਆਂਦਾ ਹੈ, ਠੀਕ ਹੈ, ਇੱਕ ਮੀਨਿੰਗਫੁਲ ਲਾਈਫ ਜੀਣ ਲੱਗ ਪੈਂਦੇ ਆ ਲੋਕ, ਠੀਕ ਹੈ। what is metaphysical qualities we can see in the poem the good morrow? ਉਹ ਕਿਹੜੇ ਮੈਟਾਫਿਜ਼ੀਕਲ ਕੁਆਲਿਟੀਜ਼ ਹੈ ਜਿਹੜੇ ਕਿ ਆਪਾਂ ਦ ਗੁੱਡ ਮੋਰੋ ਪੋਇਮ ਦੇ ਵਿੱਚ ਦੇਖ ਸਕਦੇ ਹਾਂ, ਠੀਕ ਹੈ। ਸੋ ਦ ਮੋਰੋ ਗੁੱਡ ਮੋਰੋ contains many key characteristics of metaphysical poetry, making it classic example of the style. One major quality is the use of metaphysical concepts which are imaginative and surprising comparisons of examples. For example, lover faces reflected in each other eyes, or the lover forming to perfect hemisphere. These comparisons are unusual yet meaningful, showing the depth of their bond. ਤੇ ਜਿਹੜਾ ਗੁੱਡ ਮੋਰੋ ਹੈ ਇਹਦੇ ਵਿੱਚ ਕਈ ਕੀ ਕੈਰੈਕਟਰਿਸਟਿਕਸ ਜਿਹੜੇ ਆ ਆਫ ਮੈਟਾਫਿਜ਼ੀਕਲ ਪੋਇਟਰੀ ਦੇ ਯੂਜ਼ ਕੀਤੇ ਗਏ। ਉਹਨਾਂ ਵਿੱਚੋਂ ਅਸੀਂ ਇੱਕ ਤਾਂ ਕਹਿ ਸਕਦੇ ਹਾਂ ਕਿ ਜਿਹੜਾ ਉਹ ਕਹਿੰਦੇ ਕਿ ਉਹ ਆਪਣੇ ਚਿਹਰੇ ਨੂੰ ਇੱਕ ਦੂਜੇ ਦੀ ਅੱਖਾਂ 'ਚ ਦੇਖਦੇ ਹੁੰਦੇ ਆ, ਤੇ ਉਹਨਾਂ ਦੀ ਜਿਹੜੀ ਸੋਲ ਹੈ, ਠੀਕ ਹੈ, ਉਹ ਟੂ ਪਰਫੈਕਟ ਹੈਮੀਸਫੇਅਰ ਜਿਹੜਾ ਕ੍ਰੀਏਟ ਕਰਦੀ ਹੈ, ਜਿਹੜਾ ਕਿ ਇੱਕ ਵਨ ਵਰਲਡ ਕ੍ਰੀਏਟ ਕਰ ਰਹੀ ਹੈ ਨਾ। ਸੋ ਇਹ ਵੈਸੇ ਤਾਂ ਕੰਪੈਰੀਜ਼ਨ ਅਨਯੂਜੂਅਲ ਹੈ, ਠੀਕ ਹੈ, ਬਟ ਸਟਿਲ ਇੱਕ ਮੀਨਿੰਗਫੁਲ ਡੈਪਥ ਨੂੰ ਸ਼ੋ ਕਰ ਰਿਹਾ। Another metaphysical quality is intellectual and philosophical reasoning. Donne does not simply express feelings, he argues logically about the nature of true love, its spiritual awakening, and its ability to create a complete world. So, ਜਿਹੜੀ another metaphysical quality ਹੈ, ਠੀਕ ਹੈ, ਇੱਕ intellectual ਤੇ philosophical reasoning ਦੇ ਨਾਲ ਹੋ ਸਕਦੀ ਹੈ। ਕਿਉਂ? ਕਿਉਂਕਿ ਦੇਖੋ ਜੀ, ਜਿਹੜਾ ਡੋਨੇ ਜਿਹੜਾ ਹੈ ਉਹ ਜਿਹੜਾ ਆਪਣੀ ਫੀਲਿੰਗਸ ਨੂੰ ਜਿਹੜਾ ਸਿੰਪਲੀ ਤਾਂ ਐਕਸਪ੍ਰੈਸ ਨਹੀਂ ਕਰ ਰਿਹਾ, ਠੀਕ ਹੈ, ਉਹ ਆਰਗਿਊ ਕਰਦੇ ਲੌਜਿਕਸ ਦੇ ਨਾਲ, ਠੀਕ ਹੈ, ਉਹ ਨੇਚਰ ਦੇ ਨਾਲ ਜਿਹੜਾ ਟਰੂ ਲਵ ਨੂੰ ਕੰਪੇਅਰ ਕਰ ਰਿਹਾ ਹੈ ਨਾ, ਤੇ ਉਹ ਸਪਿਰਚੁਅਲ ਅਵੇਕਨਿੰਗ ਦੇ ਨਾਲ ਜਿਹੜਾ ਐਬਿਲਿਟੀ ਟੂ ਕ੍ਰੀਏਟ ਅ ਕੰਪਲੀਟ, ਤੇ ਉਹ ਵੀ ਦੱਸ ਰਿਹਾ ਕਿ ਜਿਹੜੇ ਸੋਲਸ ਹੈ ਦੇ ਹੈਡ ਐਬਿਲਿਟੀ ਟੂ ਕ੍ਰੀਏਟ ਅ ਕੰਪਲੀਟ ਵਰਲਡ, ਰਾਈਟ। So the poem also explores the relationship between body and soul. Donne says that physical attraction is only the beginning and real love exists at the level of the soul. This union of spiritual and emotional is a major feature of metaphysical poetry. ਜਿਹੜੀ ਰਿਲੇਸ਼ਨਸ਼ਿਪ ਹੈ ਬੋਡੀ ਅਤੇ ਸੋਲ ਦੀ, ਠੀਕ ਹੈ, ਇਹਦੇ ਵਿੱਚ ਕੀ ਹੈ ਕਿ ਜਿਹੜੇ ਡੋਨੇ ਆ ਉਹ ਫਿਜ਼ੀਕਲ ਅਟਰੈਕਸ਼ਨ ਨੂੰ ਸ਼ੋ ਕਰਦਾ। ਜਿਹੜਾ ਫਿਜ਼ੀਕਲ ਅਟਰੈਕਸ਼ਨ ਹੈ ਇਟ ਇਜ਼ ਓਨਲੀ ਬਿਗਨਿੰਗ, ਇਹ ਸ਼ੁਰੂਆਤ ਹੀ ਹੁੰਦੀ ਹੈ, ਐਂਡ ਦ ਜਿਹੜਾ ਰੀਅਲ ਲਵ ਹੈ ਇਟ ਐਗਜ਼ਿਸਟ ਇਨ ਦ ਲੈਵਲ ਆਫ ਦ ਸੋਲ, ਠੀਕ ਹੈ। ਜਿਹੜਾ ਸੱਚਾ ਪਿਆਰ ਹੈ ਉਹ ਜਿਹੜਾ ਆਤਮਾ ਦੇ ਵਿੱਚ ਹੁੰਦਾ ਹੈ, ਤੇ ਇਹੀ ਜਿਹੜਾ ਯੂਨੀਅਨ ਹੈ ਸਪਿਰਚੁਅਲ ਤੇ ਇਮੋਸ਼ਨਲ ਦਾ ਇੱਕ ਮੇਜਰ ਫੀਚਰ ਬਣ ਜਾਂਦਾ ਹੈ ਆਫ ਦ ਮੈਟਾਫਿਜ਼ੀਕਲ poetry. So additionally, the poem has a dramatic and conversational tone.
starting with a bold question, the rhythm is irregular and the language is energetic, reflecting Donne's partner's thoughtful side। ਇਹ ਹੈ ਹੁਣ ਇਹਦੇ ਵਿੱਚ ਕੀ ਐਡ ਹੋਇਆ ਵਾ ਕਿ ਜਿਹੜੇ ਪੋਇਮ ਹੈ ਉਹ ਇੱਕ ਡਰਾਮੈਟਿਕ ਐਂਡ ਇਟ ਹੈਜ਼ ਆਲਸੋ ਅ ਕਨਵਰਸੇਸ਼ਨਲ ਟੋਨ, ਠੀਕ ਹੈ। ਤੇ ਜਿਹੜਾ ਪੋਇਮ ਹੈ ਇਹ ਜਿਹੜਾ ਇੱਕ ਬੋਲਡ ਕੁਐਸਚਨ ਦੇ ਨਾਲ ਸਟਾਰਟ ਹੁੰਦੀ ਹੈ, ਇਹਦੀ ਰਿਦਮ ਇਰੈਗੂਲਰ ਹੈ, ਬਟ ਜਿਹੜੀ ਲੈਂਗੁਏਜ ਹੈ ਉਹ ਬਹੁਤ ਹੀ ਜ਼ਿਆਦਾ ਐਨਰਜੈਟਿਕ ਹੈ, ਰਿਫਲੈਕਟਿੰਗ ਡੋਨੇ ਸਪੋਟੇਨਸ ਥਾਟਫੁਲ ਸਟਾਈਲ। ਜਿਹੜੇ ਕਿ ਦੋਨੇ ਦੇ ਜਿਹੜੇ ਆ ਸਪੋਟੇਨਸ ਜਿਹੜਾ ਆ ਤੁਸੀਂ ਕਹਿ ਸਕਦੇ ਹੋ ਪ੍ਰਭਾਵੀ ਜਿਹੜਾ ਆ ਸਾਹਮਣੇ ਦੀ ਪੇਸ਼ਕਸ਼ ਇਦਾਂ ਦਾ ਇੱਕ ਵਰਡ ਹੈ, ਠੀਕ ਹੈ। ਤੇ ਥਾਟਫੁਲ ਸਟਾਈਲ ਨੂੰ ਸ਼ੋ ਕਰਦੀ ਹੈ, ਠੀਕ ਹੈ। ਓਵਰਆਲ ਦਾ ਪੋਇਟ ਇਜ਼ concises, inflects, virtually dramatic style and emotional depth all reflect metaphysical qualities. How can we discuss the theme of poem The Good Morrow by John Donne? So the central theme of The Good Morrow is awakening and completeness of true love, ठीक है। जो सेंट्रल थीम है पोएम का द गुड मॉरो ਦਾ ਇਹ ਇੱਕ ਅਵੇਕਨਿੰਗ ਤੇ ਕੰਪਲੀਟਨੈਸ ਆਫ ਟਰੂ ਲਵ ਹੈ, ਠੀਕ ਹੈ। Donne suggests that before the lovers met, their lives were incomplete and childish. Their past pleasures were like dreams, lacking real meanings. The discovery of true love awakens their souls, giving them new beginning, like a good morning to life। ਇਹਦੇ ਵਿੱਚ ਕੀ ਹੈ ਕਿ ਦੋਨੇ ਸਜੈਸਟ ਕਰਦੇ ਆ ਕਿ ਜਦੋਂ ਸੱਚਾ ਪਿਆਰ ਮਿਲਣ ਤੋਂ ਪਹਿਲਾਂ ਜਿਹੜਾ ਆ ਉਹਨਾਂ ਦੀ ਜਿਹੜੀ ਜ਼ਿੰਦਗੀ ਹੁੰਦੀ ਆ ਉਹ ਇੱਕ ਇਨਕੰਪਲੀਟ ਹੁੰਦੀ ਹੈ, ਉਹ ਚਾਈਲਡਿਸ਼ ਹੁੰਦੀ ਹੈ, ਠੀਕ ਹੈ। ਬੱਚਿਆਂ ਵਰਗਾ ਉਹਨਾਂ ਦੇ ਜਿਹੜੇ ਵੀ ਪਲੇਜਰਸ ਪ੍ਰਾਪਤ ਹੁੰਦੇ ਆ, ਜਿਹੜੇ ਵੀ ਸੁੱਖ ਪ੍ਰਾਪਤ ਹੁੰਦੇ ਆ, ਉਹ ਸਿਰਫ ਸੁਪਨਾ ਹੁੰਦਾ ਆ, ਉਹਨਾਂ ਦਾ ਕੋਈ ਰੀਅਲ ਮੀਨਿੰਗ ਨਹੀਂ ਹੁੰਦਾ, ਠੀਕ ਹੈ। ਬਟ ਜਦੋਂ ਉਹਨਾਂ ਨੂੰ ਸੱਚਾ ਪਿਆਰ ਪ੍ਰਾਪਤ ਹੋ ਜਾਂਦਾ ਆ, ਉਹਨਾਂ ਨੂੰ ਇੱਕ ਸੋਲ ਮਿਲ ਜਾਂਦੀ ਹੈ, ਠੀਕ ਹੈ। ਤੇ ਉਹਨਾਂ ਦੀ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ, ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਜ਼ਿੰਦਗੀ ਨੂੰ ਇੱਕ ਜਿਹੜੀ ਹੈ ਚੰਗੀ ਸ਼ੁਭ ਸਵੇਰ ਪ੍ਰਾਪਤ ਹੋਇਆ ਹੁੰਦਾ ਹੈ, ਠੀਕ ਹੈ। Another theme is the unity of love। ਜਿਹੜਾ ਨੈਕਸਟ ਥੀਮ ਹੈ ਉਹ ਯੂਨਿਟੀ ਆਫ ਲਵ ਬਾਰੇ ਹੈ। Donne present love as a force that creates a complete world for the lovers। Their small room becomes everywhere because their love is rich and satisfying। They no longer need external adventures and or discoveries। They find everything in each other। ਜਿਹੜੇ ਅਨਦਰ ਥੀਮ ਹੈ ਇਟ ਇਜ਼ ਯੂਨਿਟੀ ਆਫ ਲਵ, ਠੀਕ ਹੈ। ਤੇ ਦੋਨੇ ਜਿਹੜਾ ਰਿਪਰੈਜ਼ੈਂਟ ਕਰਦੇ ਆ ਕਿ ਜਿਹੜਾ ਆ ਲਵ ਇੱਕ ਫੋਰਸ ਹੁੰਦੀ ਹੈ ਜਿਹੜਾ ਕਿ ਲਵਰਸ ਦੇ ਵਿਚਕਾਰ ਇੱਕ ਕੰਪਲੀਟ ਵਰਲਡ ਨੂੰ ਕ੍ਰੀਏਟ ਕਰਦੇ ਹੈ, ਠੀਕ ਹੈ। ਦੇਅਰ ਸਮਾਲ ਰੂਮ, ਉਹਨਾਂ ਦਾ ਜਿਹੜਾ ਛੋਟਾ ਘਰ ਹੁੰਦਾ ਹੈ, ਠੀਕ ਹੈ, ਇੱਕ ਛੋਟਾ ਜਿਹਾ ਕਮਰਾ ਤੁਸੀਂ ਕਹਿ ਲਓ, ਉਹਨਾਂ ਦੀ ਜਿਹੜਾ ਆਲਾ ਦੁਆਲਾ ਬਣ ਜਾਂਦਾ, ਉਹਨਾਂ ਦਾ ਹੀ ਇਰਦ ਗਿਰਦ ਬਣ ਕੇ ਰਹਿ ਜਾਂਦਾ ਆ। ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹਦੀ ਇਰਦ ਗਿਰਦ ਘੁੰਮਦੀ ਹੈ, ਉਹਨਾਂ ਦੇ ਵਿੱਚ ਉਹਨਾਂ ਦਾ ਵਰਲਡ ਕ੍ਰੀਏਟ ਹੋ ਜਾਂਦਾ ਹੈ, ਬਿਕੋਜ਼ ਉਹਨਾਂ ਦਾ ਜਿਹੜਾ ਲਵ ਹੈ ਉਹ ਰਿਚ ਤੇ ਸੈਟੀਸਫਾਈਂਗ ਹੁੰਦਾ ਹੈ, ਠੀਕ ਹੈ। ਉਹ ਨੋ ਲੌਂਗਰ ਦੇ ਨੀਡ ਐਕਸਟਰਨਲ ਐਡਵੈਂਚਰਸ ਔਰ ਡਿਸਕਵਰੀਜ਼। ਉਹਨਾਂ ਨੂੰ ਬਹੁਤ ਜ਼ਿਆਦਾ ਦੇਰ ਤੱਕ ਕੋਈ ਐਕਸਟਰਨਲ ਐਡਵੈਂਚਰ ਜਾਂ ਡਿਸਕਵਰੀ ਦੀ ਨੀਡ ਨਹੀਂ ਹੁੰਦੀ, ਕਿਉਂਕਿ ਉਹ ਆਲਰੇਡੀ ਦੇ ਵਰ ਸੈਟੀਸਫਾਈਡ ਨਾ, so they find everything in each other। So the poem also explores the theme of quality in love। True love is balanced, honest and free from fear of or jealousy। When both partners love equally, the relationship becomes eternal and cannot die। ਇਹਦੇ ਵਿੱਚ ਕੀ ਹੈ ਕਿ ਜਿਹੜਾ ਨੈਕਸਟ ਜਿਹੜਾ ਥੀਮ ਹੈ ਉਹ ਕੁਆਲਿਟੀ ਆਫ ਲਵ ਨੂੰ ਐਕਸਪਲੋਰ ਕਰਦਾ ਹੈ ਕਿ ਜਿਹੜਾ ਟਰੂ ਲਵ ਹੈ ਇਟ ਇਜ਼ ਬੈਲੈਂਸ, ਓਨੈਸਟ ਐਂਡ ਫ੍ਰੀ ਫੇਅਰ ਫਰੋਮ ਜੈਲਸੀ। ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜੈਲਸੀ ਨਹੀਂ ਹੁੰਦੀ। ਸੋ ਜਦੋਂ ਦੋਨੇ ਪਾਰਟਨਰਸ ਇਕੁਅਲੀ ਇੱਕ ਦੂਜੇ ਨੂੰ ਲਵ ਕਰਦੇ, ਪਿਆਰ ਕਰ ਰਹੇ ਹੁੰਦੇ ਆ, ਤੇ ਉਹਨਾਂ ਦੀ ਰਿਲੇਸ਼ਨਸ਼ਿਪ ਆਤਮਿਕ ਤੌਰ ਤੇ ਹੁੰਦੀ ਹੈ, ਠੀਕ ਹੈ, ਉਹ ਜਿਹੜੀ ਕਿ ਕਦੇ ਵੀ ਖਤਮ ਨਹੀਂ ਹੋ ਸਕਦੀ। A further theme is the spiritual nature of love। Donne moves beyond physical attraction and describes the union of souls। The spiritual dimension makes love pure and long-lasting। Overall, the poem celebrates love as transforming, uniting, and everlasting force that gives meaning to life। ਇਹਦੇ ਵਿੱਚ ਕੀ ਨੈਕਸਟ ਜਿਹੜਾ ਫਰਦਰ ਥੀਮ ਹੈ, ਲਾਸਟ ਥੀਮ ਹੁੰਦੀ ਹੈ ਇਹਦੇ ਵਿੱਚ ਸਪਿਰਿਚੁਅਲ ਨੇਚਰ ਦੇ ਨਾਲ ਜਿਹੜਾ ਹੈ ਡੋਨੇ ਆਪਣੇ ਜਿਹੜਾ ਆ ਲਵ ਨੂੰ ਕੰਪੇਅਰ ਕਰ ਰਹੇ ਹੁੰਦੇ ਆ, ਠੀਕ ਹੈ। ਕਿ ਜਿਹੜਾ ਲਵ ਹੈ ਇਟ ਇਜ਼ ਨਾਟ ਫਿਜ਼ੀਕਲ ਅਟਰੈਕਸ਼ਨ, ਇਟ ਇਜ਼ ਬਿਯੋਂਡ ਫਿਜ਼ੀਕਲ ਅਟਰੈਕਸ਼ਨ ਐਂਡ ਇਟ ਇਜ਼ ਯੂਨੀਅਨ ਆਫ ਸੋਲਸ, ਠੀਕ ਹੈ। ਤੇ ਜਿਹੜਾ ਸਪਿਰਿਚੁਅਲ ਡਾਇਮੈਂਸ਼ਨ ਹੈ ਇਹ ਜਿਹੜਾ ਹੈ ਲੌਂਗ ਲਾਸਟਿੰਗ ਹੁੰਦਾ ਹੈ, ਇਹ ਪਿਓਰ ਹੁੰਦਾ ਹੈ, ਠੀਕ ਹੈ। ਤੇ ਇਸ ਦੇ ਨਾਲ ਓਵਰਆਲ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਪੋਇਮ ਹੈ ਸੈਲੀਬ੍ਰੇਟ ਕੀ ਕਰਦੀ ਹੈ,
ਇਟ ਸੈਲੀਬ੍ਰੇਟ ਲਵ ਐਜ਼ ਅ ਟਰਾਂਸਫਾਰਮਿੰਗ, ਇੱਕ ਬਦਲਾਵ ਦੇ ਤਰੀਕੇ ਦੇ ਵਿੱਚ, ਇੱਕ ਯੂਨਾਈਟਿੰਗ, ਇੱਕ ਮੇਲ ਜੋਲ ਦੇ ਤਰੀਕੇ ਵਿੱਚ, ਐਵਰਲਾਸਟਿੰਗ ਯਾਨੀ ਕਿ ਬਹੁਤ ਦੇਰ ਤੱਕ ਰਹਿਣ ਦੇ ਤਰੀਕੇ ਦੇ ਵਿੱਚ, ਤੇ ਇਟ ਗਿਵਸ ਮੀਨਿੰਗ ਟੂ ਦਾ ਲਾਈਫ। ਠੀਕ ਹੈ।